दिल में दुआओं का समंदर लिए बैठी हूँ, खुदा ना सही माँ हूँ ना मैं, माँ हूँगा मैं। इबादत ਨੂੰ ਕਦੀ ਆਪਾਂ ਜੇ ਵੇਖਿਆ ਨਹੀਂ, ਮਹਿਸੂਸ ਕੀਤਾ ਹੈ, ਇਸ ਤਰ੍ਹਾਂ ਜਿਹੜੀ ਮਾਂ ਹੈ ਉਹ ਆਪਣੀ ਔਲਾਦ ਦਾ ਸੁੱਖ ਤੇ ਮਾਂ ਦੀ ਮਮਤਾ ਜਦੋਂ ਮਹਿਸੂਸ ਕਰਦੀ ਹੈ, ਉਹਨੂੰ ਸਵਰਗੀ ਝੂਟਾ ਆਉਂਦਾ ਹੈ। ਇਹ ਉਹੀ ਜਾਣ ਸਕਦਾ ਹੈ ਜੋ ਬਣਦਾ ਹੈ। जिस पल तुसी अपने बच्चे ਨੂੰ ਆਪਣੇ ਹੱਥੀ ਚੁੱਕਿਆ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ? सन 1983 ਵਿੱਚ ਜਦੋਂ ਮੇਰੇ ਘਰ ਬੱਚੀ ਜਨਮੀ, ਮੇਰੀ ਬੇਟੀ ਦਾ ਜਨਮ ਹੋਇਆ, ਸੱਚ ਜਾਣਿਓ ਮੈਨੂੰ ਐ ਲੱਗਾ ਜਿਵੇਂ ਧਰਤੀ ਤੇ ਮੈਂ ਹੀ ਪਹਿਲੀ ਮਾਂ ਬਣੀ ਹਾਂ। ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਬੇਟਾ ਕਿ ਕਿਤੇ ਔਲਾਦ ਜਿਹੜੀ ਹੈ ਉਹ ਉਹਨਾਂ ਕੰਮ ਨਹੀਂ ਕਰ ਰਹੀ। ਓਲਡ ਏਜ ਹੋਮ ਬਣ ਗਏ ਨੇ, ਇਹ ਉਹ ਬਣ ਗਿਆ ਹੈ, ਉਹਦੇ ਵਿੱਚ ਕਿਤੇ ਜਦੋਂ ਮਾਪੇ ਦੁੱਲਦੇ ਵੇਖਦੇ ਤੇ ਲੱਗਦਾ ਹੈ ਕਿ ਮਾਂ ਤਾਂ ਮਮਤਾ ਆਪਣੀ ਪੂਰੀ ਦਿਖਾ ਰਹੀ है, लेकिन बच्चे अपने फर्ज के लिए भूल रहे हैं। मत सोचो मेरे अरमानों का आसमां छोटा है, नजरिए की परवाह नहीं, अपनी नज़र पे विश्वास है। बहुत फर्क पिंडां ਜਾਂ ਸ਼ਹਿਰਾਂ ਵਿੱਚ ਨੌਕਰੀਆਂ, मैं खुद नौकरी करती रही हाँ, लेकिन सब तो वड्डी गल ये है कि जे औरत ये जाने कि मैं घर बनाना है, मर्द ने मकान बनाना है। मकान ਨੂੰ ਘਰ ਤਾਂ ਹੀ ਬਣ ਸਕਦਾ ਹੈ ਜੇ ਅਸੀਂ ਕੁਝ ਕੁਰਬਾਨੀਆਂ ਕਰੀਏ। ਇੱਕ ਕੁੜੀ ਲਈ ਜਿੱਥੇ ਇੱਕ ਸਮਾਨ ਦੀ ਖੁਸ਼ੀ ਦੀ ਗੱਲ ਹੁੰਦੀ ਸੀ ਕਿ ਮੈਂ ਮਾਂ ਬਣਨ ਜਾ ਰਹੀ ਹਾਂ, ਹੁਣ ਤੁਸੀਂ ਦੇਖੋਗੇ ਕਿ ਛੋਟੀ ਉਮਰੇ ਹੀ ਕੁੜੀ ਮੁੰਡਿਆਂ ਦੇ ਸਰੀਰਕ ਸੰਬੰਧ ਹੁੰਦੇ ਨੇ, ਕੁੜੀ ਛੋਟੀ ਉਮਰੇ ਹੀ ਗਲਤ ਕਦਮ ਚੱਕ ਲੈਂਦੀਆਂ ਨੇ ਤੇ ਅਬੋਰਸ਼ਨ ਅਸੀਂ ਦੇਖਦੇ ਹਾਂ ਕਿ 18-19 ਸਾਲ ਦੀਆਂ ਕੁੜੀਆਂ 'ਚ ਇੰਨੇ ਕਾਮਨ ਹੋ ਰਹੇ ਨੇ। ਤੇ ਇਹ ਮਤਲਬ ਕਿ ਇੱਕ ਸਮਾਜ 'ਤੇ ਦਾਗ ਵੀ ਹੈ, ਕਿਉਂਕਿ ਜਿਸ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਉਹ ਕਿਤੇ ਨਾ ਕਿਤੇ ਉਹ ਚੀਜ਼ ਪਵਿੱਤਰਤਾ ਉਹ ਰੁੱਲ ਗਈ ਹੈ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਰੀਰਕ ਸੰਬੰਧ, ਇਹ ਬਿਲਕੁਲ ਗਲਤ ਹੈ। ਜਿਹੜਾ ਇੱਕ ਵਿਆਹ ਦਾ ਇੱਕ ਪਰਮਾਤਮਾ ਨੇ ਰਸਮ ਬਣਾਈ ਹੋਈ ਹੈ, ਉਹ ਬਹੁਤ ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਪਰਿਵਾਰ ਸ਼ੁਰੂ ਕਰਨ ਲਈ ਹੁੰਦਾ, ਉਦੋਂ ਹੀ ਪਤੀ ਪਤਨੀ ਬਣ ਕੇ ਆਪਣੇ ਉਸ ਤਰੀਕੇ ਦਾ ਨਿਰਵਾਹ ਕਰਨ ਤੇ ਬਹੁਤ ਚੰਗਾ ਹੈ। ਇਹਦੇ ਨਾਲ ਤੁਸੀਂ ਵੇਖੋ ਮੈਂਟਲ ਹੈਲਥ ਕਿੰਨੀ ਅਪਸੈਟ ਹੋ ਰਹੀ ਹੈ। ਐਕਸੈਪਟੈਂਸ ਹੁੰਦਿਆਂ ਹੋਇਆਂ ਵੀ ਫਿਰ ਵਿਆਹ ਟੁੱਟਦੇ ਨੇ ਤਾਂ ਸਾਡਾ ਸਮਾਜ ਹੌਲੀ ਹੌਲੀ ਇਸ ਪੱਖੋਂ ਗਰਕਦਾ ਹੈ। ਕਿਹੜੀਆਂ ਜਿਹੀਆਂ ਮੋਰਲ ਵੈਲਿਊਜ਼ ਤੁਹਾਨੂੰ ਲੱਗਦਾ ਕਿ ਹਰ ਇੱਕ ਕੁੜੀ ਨੂੰ ਆਪਣੇ ਬੱਚਿਆਂ ਨੂੰ ਦੇਣੀਆਂ ਚਾਹੀਦੀਆਂ? ਲੜਕੀ ਹੈ ਜਾਂ ਲੜਕਾ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿੰਦੀ ਸੀ ਕਿ ਪੇਸ਼ੈਂਸ, ਸਬਰ, ਸੰਤੋਖ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਪੀਸ ਆਫ ਮਾਈਂਡ ਹੈ, ਤੁਸੀਂ ਆਪਸ ਵਿੱਚ ਖੁਸ਼ ਹੋ, ਵਿਆਹੇ ਜਾਂਦੇ ਹੋ, ਇਹ ਸਭ ਤੋਂ ਵੱਡੀ ਚੀਜ਼ ਹੈ। ਜੇ ਅਸੀਂ ਕੁਝ ਖੁਆਇਸ਼ਾਂ ਹੀ ਰੱਖਦੇ ਜਾਵਾਂਗੇ, ਉਹਦੇ ਨਾਲ ਜ਼ਿੰਦਗੀ ਨਹੀਂ ਹੈ। ਸਬਰ ਸੰਤੋਖ ਨਾਲ ਚੱਲੋ। ਆਪਾਂ ਕਹਿੰਦੇ ਆ ਮਾਵਾਂ ਠੰਡੀਆਂ ਛਾਵਾਂ ਤੇ ਕਦੀ ਧੁੱਪ ਨਹੀਂ ਲੱਗਣ ਦਿੰਦੀਆਂ, ਤੇ ਜਦੋਂ ਤੁਸੀਂ ਆਪਣੀ ਮਾਂ ਨੂੰ ਖੋਇਆ ਤਾਂ ਉਸ ਵਕਤ ਕੀ ਦਿਲ ਦੇ ਭਾਵ ਸੀ? ਮਾਂ ਬਾਪ ਦਾ ਜਾਣਾ ਕਿਤੇ ਵੀ ਘਾਟੇ ਪੂਰੇ ਨਹੀਂ ਹੁੰਦੇ, ਲੇਕਿਨ ਜੇ ਅਸੀਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਵਜੋਂ ਕਹੀਏ ਕਿ ਜੋ ਤੁਸੀਂ ਸਿਖਾਇਆ ਅਸੀਂ ਕਰ ਰਹੇ ਹਾਂ। ਅੱਜ ਵੀ ਮੈਨੂੰ ਆਪਣੇ ਅੰਦਰ ਇਹੀ ਲੱਗਦਾ ਹੈ ਕਿ ਮੇਰੀ ਮਾਂ ਹੀ ਬੋਲ ਰਹੀ ਹੈ, ਹਾਲੇ ਕਿ ਉਹ ਇੱਕ ਜਮਾਤ ਵੀ ਨਹੀਂ ਸੀ ਪੜ੍ਹੀ, ਲੇਕਿਨ ਜੇ ਪੰਜਾਬੀ ਮੈਂ ਬਚਪਨ ਸਿੱਖੀ ਹੈ ਤਾਂ ਮੈਂ ਆਪਣੀ ਮਾਂ ਤੋਂ ਸਿੱਖੀ ਸੀ। ਮਾਂ ਵਰਗਾ ਕੰਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ, ਮੈਂ ਹਾਂ ਜਸਨੂਰ ਤਵਿਨ। ਅੱਜ ਦਾ ਦਿਨ ਮਾਵਾਂ ਨੂੰ ਡੈਡੀਕੇਟਿਡ ਹੈ, ਮਾਵਾਂ ਨੂੰ ਸਮਰਪਿਤ ਹੈ ਤੇ ਅਦਾਰਾ ਔਨ ਏਅਰ ਤੇ ਅਦਾਰਾ ਲੁਧਿਆਣਾ ਟਾਈਮਸ ਵੱਲੋਂ ਵਿਸ਼ਵ ਭਰ ਦੀਆਂ ਮਾਵਾਂ ਨੂੰ ਹੈਪੀ ਮਦਰਸ ਡੇ। ਤੇ ਮਦਰਸ ਡੇ ਤੇ ਵਿਸ਼ੇਸ਼ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਨਰਿੰਦਰ ਸੰਧੂ, ਐਕਸ ਪ੍ਰਿੰਸੀਪਲ ਰਾਮਗੜੀਆ ਗਰਲਸ ਕਾਲਜ ਲੁਧਿਆਣਾ। ਮੈਮ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਬੇਟਾ। ਮੈਂ ਵੀ ਬਹੁਤ ਮੁਬਾਰਕਬਾਦ ਦਿੰਦੀ ਹਾਂ ਖਾਸ ਤੌਰ 'ਤੇ ਔਨ ਏਅਰ ਔਰ ਲੁਧਿਆਣਾ ਟਾਈਮਸ ਨੂੰ ਕਿ ਤੁਸੀਂ ਇਹੋ ਜਿਹੇ ਉਪਰਾਲੇ ਕਰਦੇ ਰਹਿੰਦੇ ਹੋ। ਔਰ ਅੱਜ ਜਿਹੜਾ ਖਾਸ ਤੌਰ 'ਤੇ ਮਦਰਸ ਡੇ ਦੀ ਗੱਲ ਕਰਨ ਲੱਗੇ ਹੋ, ਇਹ ਮੈਂ ਕਹਿੰਦੀ ਹਾਂ ਕਿ ਸਾਨੂੰ ਔਰਤਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਕਹਿੰਦੇ ਹਾਂ ਕਿ ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਪੂਰੀ ਦੁਨੀਆ ਵਸੀ ਹੋਈ ਹੈ। ਜੇ ਮਾਂ ਨਾ ਹੋਏ ਤਾਂ ਸੰਸਾਰ ਵੀ ਨਾ ਚੱਲੇ। ਇੱਕ ਮਾਂ ਕੋਲ ਇੰਨੀ ਕੈਪੇਬਿਲਿਟੀ ਹੈ, ਰੱਬ ਦੀ ਦੇਣ ਹੈ ਕਿ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਮਾਂ ਜਿਹੜਾ ਸ਼ਬਦ ਹੈ ਨਾ, ਉਹ ਪੂਰਾ ਸੰਸਾਰ ਹੈ ਆਪਣੇ ਆਪ ਵਿੱਚ। ਤੁਹਾਡੇ ਕੀ ਵਿਚਾਰ ਨੇ? ਜਸਨੂਰ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਦੋਂ ਗੁਰੂ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਮਾਤਾ ਨੂੰ ਧਰਤ ਕਿਹਾ ਹੈ, ਧਰਤੀ ਵਾਂਗੂ ਕਿਹਾ ਹੈ। ਧਰਤੀ ਇੱਕ ਮੈਂ ਕਹਿ ਸਕਦੀ ਹਾਂ ਕੁੱਲ ਕਾਇਨਾਤ ਦਾ ਐਸਾ ਹਿੱਸਾ ਹੈ ਜਿਹਦੇ 'ਤੇ ਕੀ ਨਹੀਂ ਪਨਪਦਾ। ਸੋ ਜਿਹੜੀ ਮਾਂ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਔਰਤ ਹਾਂ।
ਜੀ ਔਰਤ ਹੋਣਾ ਬਹੁਤ ਵੱਡਾ ਸੁਭਾਗ ਹੈ। ਔਰਤ ਦੇ ਇੰਨੇ ਰਿਸ਼ਤੇ ਨੇ, ਲੇਕਿਨ ਜਦੋਂ ਮਾਂ ਬਣ ਜਾਂਦੀ ਹੈ ਉਹ ਰੱਬ ਦਾ ਰੂਪ ਹੁੰਦਾ ਹੈ। ਮੈਂ ਕਹਿੰਦੀ ਇਬਾਦਤ ਨੂੰ ਕਦੀ ਆਪਾਂ ਜੇ ਵੇਖਿਆ ਨਹੀਂ, ਮਹਿਸੂਸ ਕੀਤਾ ਹੈ। ਇਸ ਤਰ੍ਹਾਂ ਜਿਹੜੀ ਮਾਂ ਹੈ ਉਹ ਆਪਣੀ ਔਲਾਦ ਦਾ ਸੁੱਖ ਤੇ ਮਾਂ ਦੀ ਮਮਤਾ ਜਦੋਂ ਮਹਿਸੂਸ ਕਰਦੀ ਹੈ, ਉਹਨੂੰ ਸਵਰਗੀ ਝੂਟਾ ਆਉਂਦਾ ਹੈ। ਇਹ ਉਹੀ ਜਾਣ ਸਕਦਾ ਹੈ ਜੋ ਬਣਦਾ ਹੈ। ਜੀ, ਤੇ ਅਸੀਂ ਕਹਿੰਦੇ ਕਿ ਕੁੜੀ ਲਈ ਸਭ ਤੋਂ ਖੁਸ਼ੀ ਦੀ ਗੱਲ ਆ ਹੋ ਸਕਦੀ ਹੈ ਜਦੋਂ ਮਾਂ ਬਣਦੀ ਹੈ। ਮਾਂ ਬਣਨਾ ਬਹੁਤ ਵੱਡਾ ਦੇਣ ਹੈ ਕਿ ਇਹ ਮਰਦਾਂ ਵਿੱਚ ਨਹੀਂ ਹੈ, ਸਿਰਫ ਗੁਣ ਔਰਤਾਂ ਨੂੰ ਦਿੱਤਾ ਗਿਆ ਹੈ, ਮਾਂ ਬਣਦੀਆਂ ਨੇ। ਤੇ ਜਦੋਂ ਤੁਸੀਂ ਮਾਂ ਬਣੇ, ਜਿਸ ਪਲ ਤੁਸੀਂ ਆਪਣੇ ਬੱਚੇ ਨੂੰ ਆਪਣੇ ਹੱਥੀਂ ਚੱਕਿਆ, ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ? ਤੁਸੀਂ ਜਿਹੜੀ ਹੁਣ ਗੱਲ ਕਰ ਰਹੇ ਹੋ ਉਹ ਮੈਂ ਬਹੁਤ ਵਾਰ ਕਰ ਚੁੱਕੀ ਹਾਂ। ਸੰਨ 1983 ਵਿੱਚ ਜਦੋਂ ਮੇਰੇ ਘਰ ਬੱਚੀ ਜਨਮੀ, ਮੇਰੀ ਬੇਟੀ ਦਾ ਜਨਮ ਹੋਇਆ, ਸੱਚ ਜਾਣਿਓ ਮੈਨੂੰ ਐਂ ਲੱਗਾ ਜਿਵੇਂ ਧਰਤੀ ਤੇ ਮੈਂ ਹੀ ਪਹਿਲੀ ਮਾਂ ਬਣੀ ਹਾਂ। ਔਰ ਮੈਂ ਜਦੋਂ ਮਹਿਸੂਸ ਇਹ ਗੱਲ ਕੀਤੀ ਹੈ, ਉਸ ਤੋਂ ਬਾਅਦ ਜਦੋਂ ਕਿਸੇ ਨੂੰ ਮੈਂ ਮਾਂ ਬਣਦਾ ਸੁਣਿਆ, ਮੈਨੂੰ ਇਹੀ ਮਹਿਸੂਸ ਹੋਇਆ ਕਿ ਹਰ ਕੋਈ ਇਹੀ ਮਹਿਸੂਸ ਕਰ ਰਿਹਾ ਹੋਣਾ ਹੈ ਕਿ ਮੈਂ ਹੀ ਹਾਂ ਜਿਹੜੀ ਪਹਿਲੀ ਮਾਂ ਬਣੀ ਹਾਂ। ਸੋ ਇਹ ਜਿਹੜੀ ਮਹਿਸੂਸ ਕਰਨਾ ਹੈ, ਇਹ ਔਰਤ ਲਈ ਬਹੁਤ ਬਹੁਤ ਇੱਕ ਮੈਂ ਕਹਿੰਦੀ ਅਮੁੱਲ ਖਜ਼ਾਨਾ ਹੈ, ਜਿਹੜਾ ਅਹਿਸਾਸ ਅਸੀਂ ਅੰਦਰੋਂ ਮਹਿਸੂਸ ਕਰਦੇ ਹਾਂ। ਕਿਉਂਕਿ ਇਹ ਇੱਕ ਉਹੀ ਇਨਸਾਨ ਸਮਝ ਸਕਦਾ ਹੈ ਜਿਹੜਾ ਬਣਦਾ ਹੈ। ਸੋ ਮਾਂ ਬਣਨਾ ਭਾਵੇਂ ਧੀ ਹੈ ਜਾਂ ਪੁੱਤ ਹੈ, ਔਰ ਉਸ ਤੋਂ ਬਾਅਦ ਜਿਹੜੀਆਂ ਤੰਦਾਂ ਪੀੜੀਆਂ ਹੁੰਦੀਆਂ ਜਾਂਦੀਆਂ ਨੇ ਮੋਹ ਦੀਆਂ, ਪਿਆਰ ਦੀਆਂ, ਉਹਦੇ ਵਿੱਚ ਇੰਨਾ ਸਕੂਨ ਔਰ ਇੰਨੀ ਸ਼ਾਂਤੀ ਮਿਲਦੀ ਹੈ, ਉਹ ਇੱਕ ਮਾਂ ਹੀ ਸਮਝ ਸਕਦੀ ਹੈ। ਜੀ, ਤੇ ਭਾਵੇਂ ਮਾਂ ਦੇ ਇੱਕ ਬੱਚਾ ਹੋਏ ਚਾਹੇ 4 ਹੋਣ, ਜੋ ਪਿਆਰ ਹੁੰਦਾ ਨਾ ਚਾਰਾਂ ਦੇ ਵਿੱਚ ਬਰਾਬਰ ਹੁੰਦਾ ਹੈ। ਬਿਲਕੁਲ ਬਿਲਕੁਲ। ਉਹ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਪਰਮਾਤਮਾ ਨੇ, ਗੁਰੂ ਸਾਹਿਬਾਨ ਨੇ ਧਰਤੀ ਵਾਂਗੂ ਕਹਿ ਦਿੱਤਾ, ਤੇ ਧਰਤੀ ਸਭ ਕੁਝ ਆਪਣੇ ਆਪ 'ਚ ਸਮੋ ਲੈਂਦੀ ਹੈ। ਸੋ ਔਲਾਦ ਆਪਣੇ ਵਤੀਰੇ ਨਾਲ ਭਾਵੇਂ ਕੁਝ ਦੂਰ ਨੇੜੇ ਹੋਵੇ, ਲੇਕਿਨ ਕਦੀ ਵੀ ਮਾਂ ਦਾ ਕਦੀ ਕਿਸੇ ਬੱਚੇ ਲਈ ਕੋਈ ਫਰਕ ਨਹੀਂ ਹੁੰਦਾ। ਆਪਾਂ ਬਹੁਤ ਉਦਾਹਰਣ ਵੀ ਵੇਖਦੇ ਹਾਂ, ਕੁਰਬਾਨੀਆਂ ਵੀ ਵੇਖਦੇ ਹਾਂ, ਲੇਕਿਨ ਥੋੜ੍ਹਾ ਜਿਹਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਬੇਟਾ ਕਿ ਕਿਤੇ ਔਲਾਦ ਜਿਹੜੀ ਹੈ ਉਹ ਓਨਾ ਕੰਮ ਨਹੀਂ ਕਰ ਰਹੀ। ਔਲਾਦ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਵੇਂ ਸਿਲਾਈ ਦੀ ਮਸ਼ੀਨ ਹੈ, ਉਹਦੀ ਸੂਈ ਜਦੋਂ ਆਪਾਂ ਕੱਪੜਾ ਸੀਂਦੇ ਹਾਂ ਤੇ ਅੱਗੇ ਨੂੰ ਕੱਪੜਾ ਹੈ, ਤੰਦ ਪਿੱਛੇ ਨੂੰ ਕਰਾਂਗੇ ਤੇ ਉਹ ਉਧੜਦਾ ਹੈ। ਸੋ ਜਿਹੜੀ ਔਰਤ ਹੈ ਉਹ ਆਪਣੇ ਪਰਿਵਾਰ ਵਿੱਚ ਮਾਂ ਬਣ ਕੇ ਆਪਣੀ ਔਲਾਦ ਨਾਲ ਇੰਨੀ ਕੁ ਜੁੜ ਜਾਂਦੀ ਹੈ ਕਿ ਔਲਾਦ ਪਿੱਛੇ ਮੁੜ ਕੇ ਨਹੀਂ ਵੇਖਦੀ ਕਿ ਸਾਡਾ ਕੀ ਫਰਜ਼ ਹੈ। ਇੱਥੇ ਥੋੜ੍ਹਾ ਜਿਹਾ ਫਰਕ ਆ ਜਾਂਦਾ ਹੈ। ਸੋ ਮਾਂ ਹਮੇਸ਼ਾ ਕੁਰਬਾਨੀ ਕਰਦੀ ਹੈ। ਓਲਡ ਏਜ ਹੋਮ ਬਣ ਗਏ ਨੇ, ਇਹ ਉਹ ਬਣ ਗਿਆ ਹੈ, ਉਹਦੇ ਵਿੱਚ ਕਿਤੇ ਜਦੋਂ ਮਾਪੇ ਰੁਲਦੇ ਵੇਖਦੇ ਤੇ ਲੱਗਦਾ ਹੈ ਕਿ ਮਾਂ ਤਾਂ ਮਮਤਾ ਆਪਣੀ ਪੂਰੀ ਦਿਖਾ ਰਹੀ ਹੈ, ਲੇਕਿਨ ਬੱਚੇ ਆਪਣੇ ਫਰਜ਼ ਕਿਤੇ ਭੁੱਲ ਰਹੇ ਨੇ। ਜੀ, ਇਸ ਤੇ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆਉਂਦੀ ਹੈ। ਪੁਰਾਤਨ ਸਮੇਂ 'ਚ ਹੁੰਦਾ ਸੀਗਾ ਕਿ ਕੇਅਰ ਟੇਕਰਸ ਨਹੀਂ ਹੁੰਦੇ ਸੀ, ਤੇ ਮਾਵਾਂ ਪੂਰਾ ਆਪਣਾ ਸਮੇਂ ਆਪਣੇ ਬੱਚਿਆਂ ਨੂੰ ਦਿੰਦੀਆਂ ਸੀ, ਘਰ ਵੀ ਸਾਂਭਣਾ ਤੇ ਬੱਚਿਆਂ ਦੀ ਦੇਖਭਾਲ ਕਰਨਾ, ਉਹ ਔਰਤ ਦੀ ਇੱਕ ਡਿਊਟੀ, ਫਰਜ਼ ਦਿੱਤਾ ਜਾਂਦਾ ਸੀਗਾ। ਹੁਣ ਜਦੋਂ ਫੈਮਿਨਿਜ਼ਮ ਇੱਕ ਵਰਡ ਹੈ ਕਾਫੀ ਅੱਗੇ ਆ ਗਿਆ, ਹੁਣ ਔਰਤਾਂ ਕਹਿੰਦੇ ਨੇ ਕਿ ਅਸੀਂ ਵੀ ਕੰਮ ਕਰਨਾ ਹੈ। ਜੋ ਬੱਚਿਆਂ ਨੂੰ ਜੋ ਕੇਅਰ ਦਿੱਤੀ ਜਾਂਦੀ ਹੈ, ਹੁਣ ਜੋ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਮਾਵਾਂ, ਜੋ ਪਿਛਲੇ ਜ਼ਮਾਨੇ 'ਚ ਮਾਵਾਂ ਧਿਆਨ ਰੱਖਦੀਆਂ ਸੀ ਬੱਚਿਆਂ ਦਾ, ਅੱਜ ਕੱਲ੍ਹ ਮਾਵਾਂ ਹੀ ਕਿਉਂਕਿ ਇਸ 'ਤੇ ਉਹ ਕੰਟਰਾਰੀ ਵੀ ਇੱਕ ਕੁਐਸਚਨ ਹੈ ਉਹ ਜਾਗਦਾ ਹੈ ਕਿ ਮਾਵਾਂ ਵੀ ਆਪਣੇ ਬੱਚਿਆਂ ਨੂੰ ਉਨਾ ਟਾਈਮ ਨਹੀਂ ਦੇ ਪਾ ਰਹੀਆਂ ਨੇ। ਜੋ ਇੱਕ ਮਮਤਾ ਦਾ ਜੋ ਇੱਕ ਵਰਡ ਜੋ ਅਸੀਂ ਫੀਲ ਕਰਦੇ ਸੀਗੇ, ਹੁਣ ਸਾਡੀ ਨਾਨੀਆਂ ਸਾਨੂੰ ਫੋਨ ਕਰਦੀਆਂ ਨੇ ਤੇ ਉਹ ਫੀਲ ਹੁੰਦਾ ਹੈ ਕਿ ਮਾਵਾਂ ਦਾ ਪਿਆਰ, ਦਾਦੀਆਂ ਦਾ ਪਿਆਰ, ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉਹ ਗੈਪ ਵੀ ਬਹੁਤ ਹੋ ਗਿਆ ਹੈ ਤੇ ਬੱਚੇ ਪਸੰਦ ਵੀ ਨਹੀਂ ਕਰਦੇ ਨੇ ਜ਼ਿਆਦਾ ਗੱਲ ਕਰਨਾ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਜਿਹੜਾ ਸਮਾਂ ਹੈ ਉਹਦੇ ਨਾਲ ਤਬਦੀਲੀਆਂ ਆਉਂਦੀਆਂ ਨੇ, ਲੇਕਿਨ ਜਿੱਥੇ ਆਪਾਂ ਫਰਜ਼ਾਂ ਦੀ ਗੱਲ ਕਰੀਏ ਉਹਦੇ ਲਈ ਕਿਤੇ ਨਾ ਕਿਤੇ ਸਾਡੀਆਂ ਸੈਕਰੀਫਾਈਸਿਸ, ਕੁਰਬਾਨੀਆਂ ਦੀ ਲੋੜ ਹੈ। ਘਰ ਪਰਿਵਾਰ ਚਲਾਉਣ ਲਈ ਲੋੜਾਂ ਵਧਣ ਕਰਕੇ ਕਿਤੇ ਔਰਤ ਨੂੰ ਵੀ ਘਰੋਂ ਬਾਹਰ ਨਿਕਲਣਾ ਪੈ ਰਿਹਾ। ਜੇ ਆਪਾਂ ਦੁਨੀਆ ਦੀ ਨਾ ਗੱਲ ਕਰੀਏ, ਭਾਰਤ ਦੀ ਨਾ ਗੱਲ ਕਰੀਏ, ਪੰਜਾਬ ਦੀ ਹੀ ਗੱਲ ਕਰ ਲਈਏ, ਸਾਨੂੰ ਬਹੁਤ ਫਰਕ ਪਿੰਡਾਂ ਜਾਂ ਸ਼ਹਿਰਾਂ ਵਿੱਚ ਨੌਕਰੀਆਂ, ਮੈਂ ਖੁਦ ਨੌਕਰੀ ਕਰਦੀ ਰਹੀ ਹਾਂ, ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਔਰਤ ਇਹ ਜਾਣੇ ਕਿ ਮੈਂ ਘਰ ਬਣਾਉਣਾ ਹੈ, ਮਰਦ ਨੇ ਮਕਾਨ ਬਣਾਉਣਾ ਹੈ। ਮਕਾਨ ਨੂੰ ਘਰ ਤਾਂ ਹੀ ਬਣ ਸਕਦਾ ਹੈ ਜੇ ਅਸੀਂ ਕੁਝ ਕੁਰਬਾਨੀਆਂ ਕਰੀਏ, ਔਰ ਇਹ ਸਾਡੀ ਲੋੜ ਹੈ, ਨਹੀਂ ਤਾਂ ਜ਼ਿੰਦਗੀ ਅਪਸੈਟ ਹੋ ਜਾਂਦੀ ਹੈ। ਤਬਦੀਲੀ ਨਾਲ ਬਹੁਤ ਫਰਕ ਆਇਆ ਹੈ, ਲੇਕਿਨ ਇੱਥੇ ਜੇ ਮਰਦ ਕਿਤੇ ਨਾ ਕਿਤੇ ਸਾਨੂੰ ਇੱਕ ਸਹਾਰਾ ਜਾਂ ਇੱਕ ਫਰਜ਼ ਸਮਝਦੇ ਹੋਏ ਕੁਝ ਹੈਲਪ ਕਰਨ, ਤੇ ਮੈਨੂੰ ਲੱਗਦਾ ਹੈ ਕਿ ਔਰਤ ਵੀ ਇੱਕ ਜੋ ਫੈਮਿਨਿਜ਼ਮ ਹੈ ਜਾਂ ਕੁਝ ਆਪਾਂ ਕਹਿ ਸਕਦੇ ਹਾਂ ਮਰਦ ਔਰਤ ਬਰਾਬਰ ਨੇ, ਉਹਨੂੰ ਬਰਾਬਰ ਨਾ ਕਹੀਏ, ਉਹਨੂੰ ਮੈਂ ਕਹਿੰਦੀ ਬਰਾਬਰ ਦੇ ਕੁਝ ਫਰਜ਼ ਨਿਭਾਈਏ ਤੇ ਪਰਿਵਾਰ ਵੀ ਸੋਹਣੇ ਚੱਲਣ ਤੇ ਘਰ ਵੀ ਸੋਹਣੇ ਚੱਲ ਸਕਦੇ। ਜੀ, ਇੱਕ ਹੋਰ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗੀ। ਅੱਜ ਕੱਲ੍ਹ ਵਰਡ ਅਬੋਰਸ਼ਨ ਬਹੁਤ ਕਾਮਨ ਹੋ ਗਿਆ ਹੈ
ਇੱਕ ਕੁੜੀ ਲਈ ਜਿੱਥੇ ਇੱਕ ਸਨਮਾਨ ਦੀ ਖੁਸ਼ੀ ਦੀ ਗੱਲ ਹੁੰਦੀ ਸੀ ਕਿ ਮੈਂ ਮਾਂ ਬਣਨ ਜਾ ਰਹੀ ਹਾਂ, ਹੁਣ ਤੁਸੀਂ ਦੇਖੋਗੇ ਕਿ ਛੋਟੀ ਉਮਰੇ ਹੀ ਕੁੜੀ ਮੁੰਡਿਆਂ ਦੇ ਸਰੀਰਕ ਸੰਬੰਧ ਹੁੰਦੇ ਨੇ, ਕੁੜੀ ਛੋਟੀ ਉਮਰੇ ਹੀ ਗਲਤ ਕਦਮ ਚੱਕ ਲੈਂਦੀਆਂ ਨੇ, ਤੇ ਅਬੋਰਸ਼ਨ ਅਸੀਂ ਦੇਖਦੇ ਹਾਂ ਕਿ 18-19 ਸਾਲ ਦੀਆਂ ਕੁੜੀਆਂ 'ਚ ਇੰਨੇ ਕਾਮਨ ਹੋ ਰਹੇ ਨੇ। ਤੇ ਇਹ ਮਤਲਬ ਕਿ ਇੱਕ ਸਮਾਜ ਤੇ ਦਾਗ ਵੀ ਹੈ, ਕਿਉਂਕਿ ਜਿਸ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਉਹ ਕਿਤੇ ਨਾ ਕਿਤੇ ਉਹ ਚੀਜ਼ ਪਵਿੱਤਰਤਾ ਉਹ ਰੁੱਲ ਗਈ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਬੇਟਾ, ਸਾਨੂੰ ਬਹੁਤ ਲੋੜ ਹੈ, ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਆਦਮੀ ਦੀ ਜਾਂ ਮਰਦ ਦੀ ਇੱਜ਼ਤ ਨਹੀਂ ਹੁੰਦੀ, ਉਹਦੀ ਵੀ ਉਨੀ ਹੁੰਦੀ ਹੈ, ਲੇਕਿਨ ਔਰਤ ਦੀ ਇੱਜ਼ਤ ਹਮੇਸ਼ਾ ਇੱਕ ਮੈਂ ਕਹਿੰਦੀ ਪਾਕੀਜ਼ਗੀ ਜਿਹੜੀ ਹੈ ਸਾਨੂੰ ਹਮੇਸ਼ਾ ਚਾਹੀਦੀ ਹੈ। ਬੇਸ਼ੱਕ ਸੋਸ਼ਲ ਮੀਡੀਆ ਜਾਂ ਫਿਲਮਾਂ, ਪਹਿਲੇ ਜ਼ਮਾਨੇ 'ਚ ਫਿਲਮਾਂ ਦੇਖਦੇ ਸੀ, ਉਹਦੇ 'ਚ ਦਿਖਾਇਆ ਕਿ ਹੀਰੋ ਹੀਰੋਇਨ ਜੇ ਵਿਲਨ ਚੁੱਕ ਕੇ ਲੈ ਜਾਂਦਾ ਹੈ ਤੇ ਜਿਹੜੀ ਹੀਰੋਇਨ ਹੈ ਉਹ ਪਾਕ ਪਵਿੱਤਰ ਵਾਪਸ ਆ ਗਈ ਹੈ। ਲੇਕਿਨ ਜਿਵੇਂ ਹੁਣ ਡਿਪਿਕਟ ਕੀਤਾ ਜਾਂਦਾ ਹੈ ਔਰਤ ਦਾ ਕਰੈਕਟਰ, ਉਹ ਕੈਸਾ ਵੀ ਹੈ, ਲੇਕਿਨ ਉਹਦੀ ਉਸ ਤਰੀਕੇ ਦੀ ਮੈਂ ਕਹਿ ਸਕਦੀ ਥੋੜ੍ਹੀ ਇੱਜ਼ਤ ਦੀ ਗੱਲ ਭਾਵੇਂ ਕਿਸੇ ਤਰੀਕੇ ਨਾਲ ਹੁੰਦਾ ਹੈ, ਉਹਨੂੰ ਮਾਂ-ਬਾਪ ਵੀ ਸਮਾਜ ਵੀ ਐਕਸੈਪਟ ਕਰ ਰਿਹਾ ਹੈ ਕਿ ਇਹ ਹਾਦਸੇ ਹੁੰਦੇ ਹੈ। ਲੇਕਿਨ ਮੈਂ ਇਸ ਤੋਂ ਉੱਤੇ ਗੱਲ ਕਰਦੀ ਹਾਂ ਕਿ ਸਮਾਜ ਹੀ ਸਾਡਾ ਰਖਵਾਲਾ ਹੈ, ਮਰਦ ਹੀ ਸਾਨੂੰ ਇੱਕ ਕਹਿ ਸਕਦੇ ਹਾਂ ਕਿ ਇੱਜ਼ਤ ਦੇਣ ਵਾਲੀ ਉਹਦੀ ਸਭ ਤੋਂ ਪਹਿਲਾ ਫਰਜ਼ ਬਣਦਾ ਹੈ। ਨਿਰਭਇਆ ਕਾਂਡ ਹੋਇਆ ਜਾਂ ਕਿੰਨੇ ਹੋਇਆ, ਉਹ ਇੱਕ ਅਲੱਗ ਇਸ਼ੂ ਜਿਹੜੀ ਮੈਂ ਵਿੱਚ ਗੱਲ ਕਰ ਰਹੀ ਹਾਂ, ਬੇਸ਼ੱਕ ਰੇਪ ਕੇਸਿਸ ਹੈ, ਲੇਕਿਨ ਅਸੀਂ ਇਹ ਕਹੀਏ ਕਿ ਔਰਤ ਆਪਣੇ ਆਪ ਨੂੰ 4 ਦਰਵਾਜ਼ੇ ਖਿੜਕੀਆਂ ਦੇ ਅੰਦਰ ਬੰਦ ਕਰਕੇ ਰੱਖੇ, ਬਾਹਰ ਨਾ ਨਿਕਲੇ, ਉਹ ਆਪਣੇ ਆਪ ਨੂੰ ਬਚਾ ਕੇ ਰੱਖੇ ਜਾਂ ਆਪਣੇ ਕੱਪੜੇ ਪਹਿਰਾਵੇ 'ਤੇ ਗੱਲ ਕਰੇ ਤੇ ਮਰਦ ਬੁਰੀ ਨਜ਼ਰ ਨਾਲ ਨਹੀਂ ਵੇਖਦਾ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਰੀਰਕ ਸੰਬੰਧ, ਇਹ ਬਿਲਕੁਲ ਗਲਤ ਹੈ। ਜਿਹੜਾ ਇੱਕ ਵਿਆਹ ਦਾ ਇੱਕ ਪਰਮਾਤਮਾ ਨੇ ਰਸਮ ਬਣਾਈ ਹੋਈ ਹੈ, ਉਹ ਬਹੁਤ ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਪਰਿਵਾਰ ਸ਼ੁਰੂ ਕਰਨ ਲਈ ਹੁੰਦਾ, ਉਦੋਂ ਹੀ ਪਤੀ ਪਤਨੀ ਬਣ ਕੇ ਆਪਣੇ ਉਸ ਤਰੀਕੇ ਦਾ ਨਿਰਵਾਹ ਕਰਨ ਤੇ ਬਹੁਤ ਚੰਗਾ ਹੈ। ਇਹਦੇ ਨਾਲ ਤੁਸੀਂ ਵੇਖੋ ਮੈਂਟਲ ਹੈਲਥ ਕਿੰਨੀ ਅਪਸੈਟ ਹੋ ਰਹੀ ਹੈ, ਇਹਦੇ ਨਾਲ ਔਰਤ ਕੀ ਮਰਦ ਕੀ ਸਮਾਜ ਹੀ ਬਿਮਾਰ ਹੋ ਗਿਆ ਹੈ, ਉਹ ਸ਼ਾਂਤੀ ਨਹੀਂ ਹੈ ਜੋ ਪਹਿਲਾਂ ਹੁੰਦੀ ਸੀਗੀ। ਸੋ ਇਹਦੀ ਲੋੜ ਹੈ ਅੱਜ ਵੀ, ਮੈਂ ਕਹਾਂਗੀ ਭਾਵੇਂ ਮੈਂ ਪੁਰਾਣੇ ਖਿਆਲਾਂ ਦੀ ਕਹਿ ਲਊ ਜਾਂ ਕੁਝ ਹੈ, ਔਰਤ ਦੀ ਇੱਜ਼ਤ ਪੱਤ ਜਿਹੜੀ ਹੈ ਉਹ ਬਹੁਤ ਅਹਿਮ ਹੈ। ਇਹਨੂੰ ਮੈਂ ਯੰਗ ਜਨਰੇਸ਼ਨ ਨੂੰ ਇੱਕ ਆਹਵਾਨ ਕਰਾਂਗੀ ਜਾਂ ਇੱਕ ਗੁਜ਼ਾਰਿਸ਼ ਕਰਾਂਗੀ ਕਿ ਆਪਣੇ ਆਪ ਨੂੰ ਪਾਕ ਪਵਿੱਤਰ ਰੱਖ ਕੇ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ, ਕਿਉਂਕਿ ਮਾਂ-ਬਾਪ ਅਲਟੀਮੇਟਲੀ ਹਥਿਆਰ ਸੁੱਟ ਕੇ ਕਿਤੇ ਕਿਤੇ ਅਬੋਰਟ ਕਰਵਾਉਣ ਚਲੇ ਜਾਂਦੇ ਨੇ, ਜਿਹੜਾ ਕਿ ਇਲੀਗਲ ਹੈ, ਕੋਈ ਠੀਕ ਨਹੀਂ ਹੈ, ਲੇਕਿਨ ਫਿਰ ਵੀ ਕੀ ਕੀਤਾ ਜਾਏ, ਐਕਸੈਪਟੈਂਸ ਹੁੰਦਿਆਂ ਹੋਇਆਂ ਵੀ ਫਿਰ ਵਿਆਹ ਟੁੱਟਦੇ ਨੇ, ਤਾਂ ਸਾਡਾ ਸਮਾਜ ਹੌਲੀ ਹੌਲੀ ਇਸ ਪੱਖੋਂ ਗਰਕਦਾ ਹੈ। ਸੋ ਸਾਨੂੰ ਇਹਦੇ ਲਈ ਅਲਰਟ ਹੋਣਾ ਪਵੇਗਾ, ਭਾਵੇਂ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸੇਫ ਰੱਖੋ, ਆਪਣੇ ਆਪ ਨੂੰ ਉਸ ਸੰਬੰਧ ਤੱਕ ਨਾ ਲੈ ਕੇ ਜਾਓ, ਮੇਰੀ ਇਹ ਗੁਜ਼ਾਰਿਸ਼ ਹੈ। ਜੀ, ਤੁਹਾਨੂੰ ਪੁੱਛਣਾ ਚਾਹਾਂਗੀ ਕਿ ਇੱਕ ਜਦੋਂ ਕੁੜੀ ਮਾਂ ਬਣਦੀ ਹੈ, ਪਹਿਲੇ ਵਿਆਹ ਹੁੰਦਾ ਹੈ ਫਿਰ ਮਾਂ ਬਣਦੀ ਹੈ, ਤਾਂ ਜ਼ਿੰਮੇਵਾਰੀਆਂ ਸਿਰ ਤੇ ਬਹੁਤ ਹੁੰਦੀ ਹੈ। ਜਦੋਂ ਵਿਆਹ ਹੋ ਜਾਂਦਾ ਹੈ, ਬੱਚਾ ਹੁੰਦਾ ਤਾਂ ਜ਼ਿੰਮੇਵਾਰੀਆਂ ਦੁੱਗਣੀਆਂ ਹੋ ਜਾਂਦੀਆਂ ਨੇ, ਤੇ ਤੁਸੀਂ ਇੱਕ ਵਰਕਿੰਗ ਵੂਮਨ ਵੀ ਰਹੇ ਹੋ ਤੇ ਸਾਰੀ ਜ਼ਿੰਮੇਵਾਰੀ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਸਾਰੀਆਂ ਨਿਭਾਈਆਂ ਨੇ, ਸਾਰੇ ਫਰਜ਼ ਨਿਭਾਏ ਨੇ। ਇੱਕ ਔਰਤ ਇਹ ਘਰ ਨੂੰ ਘਰ ਬਣਾ ਕੇ ਰੱਖਦੀ ਹੈ, ਜਿੱਦਾਂ ਇੱਕ ਮਰਦ ਮਕਾਨ ਬਣਾਉਂਦਾ ਹੈ, ਔਰਤ ਘਰ ਬਣਾਉਂਦੀ ਹੈ ਮਕਾਨ ਦਾ। ਤੇ ਤੁਹਾਨੂੰ ਜ਼ਿੰਦਗੀ 'ਚ ਕਿਹੜੀਆਂ ਔਕੜਾਈਆਂ ਐਜ਼ ਅ ਮਦਰ, ਕਿਹੜੀਆਂ ਪ੍ਰੋਬਲਮਸ ਫੇਸ ਕੀਤੀਆਂ? ਜਸਨੂਰ, ਮੈਂ ਇਸ ਪੱਖੋਂ ਬਹੁਤ ਕਿਸਮਤ ਵਾਲੀ ਰਹੀ ਹਾਂ ਕਿ ਮੇਰੇ ਮਦਰ ਇਨ ਲਾਅ, ਫਾਦਰ ਇਨ ਲਾਅ, ਜਿਨ੍ਹਾਂ ਨੂੰ ਅਸੀਂ ਬੀਜੀ ਤੇ ਡੈਡੀ ਮੈਂ ਕਹਿੰਦੀ ਸੀਗੀ, ਅੱਜ ਇਸ ਦੁਨੀਆ 'ਚ ਨਹੀਂ ਹਨ, ਉਹਨਾਂ ਦਾ ਸਾਥ ਮੈਂ ਇਹ ਨਹੀਂ ਕਹਾਂਗੀ ਉਹ ਸਾਡੇ ਕੋਲ ਰਹਿੰਦੇ ਸੀ, ਮੈਂ ਕਹਾਂਗੀ ਅਸੀਂ ਉਹਨਾਂ ਕੋਲ ਰਹਿੰਦੇ ਸੀ। ਕਿਉਂਕਿ ਇੱਕ ਵਾਰ ਇਸ ਗੱਲ 'ਚ ਵੀ ਬੜਾ ਵਜ਼ਨ ਹੈ। ਇੱਕ ਵਾਰ ਮੇਰੇ ਫਰੈਂਡ ਆਏ ਤੇ ਉਹ ਕਹਿੰਦੇ ਕਿ ਬੀਜੀ ਤੁਸੀਂ ਇਹਨਾਂ ਕੋਲ ਰਹਿੰਦੇ ਹੋ? ਉਹ ਕਹਿੰਦੇ ਨਹੀਂ ਬੇਟਾ, ਇਹ ਸਾਡੇ ਕੋਲ ਰਹਿੰਦੇ ਨੇ ਜੀ। ਮੈਂ ਇਹ ਵੀ ਇੱਥੇ ਇੱਕ ਮੈਂ ਮਾਵਾਂ ਨੂੰ, ਧੀਆਂ ਨੂੰ, ਔਰਤਾਂ ਨੂੰ ਗੱਲ ਕਰਾਂਗੀ ਕਿ ਵੱਡਿਆਂ ਨੂੰ ਇੱਜ਼ਤ ਦਈਏ, ਉਹਨਾਂ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਕਦੇ ਵੀ ਨਾ ਸੰਕੁਚਿਤ ਨਾ ਕਰੀਏ, ਉਹਨਾਂ ਨੂੰ ਉਹਦੇ 'ਚ ਸਕੂਨ ਮਿਲਦਾ ਹੈ। ਸੋ ਮੇਰੇ ਕੋਲ ਮੈਂ ਆਪਣੇ ਮਦਰ ਇਨ ਲਾਅ, ਫਾਦਰ ਇਨ ਲਾਅ, ਮੇਰੇ ਦੇਵਰ ਅਨਮੈਰਿਡ ਸੀ, ਸੋ ਅਸੀਂ ਬਹੁਤ ਸਕੂਨ ਨਾਲ, ਅਸੀਂ ਘਰ 'ਚ ਕਦੀ ਜਿੰਦਰਾ ਹੀ ਨਹੀਂ ਸੀ ਲਾਇਆ। ਬੱਚਿਆਂ ਨੇ ਸਕੂਲ ਤੋਂ ਪੜ੍ਹ ਕੇ ਆਉਣਾ ਹੈ, ਬੀਜੀ ਨੇ ਤਾਜ਼ਾ ਖਾਣਾ ਖਵਾਉਣਾ ਹੈ, ਔਰ ਉਹਨਾਂ ਨੇ ਹਮੇਸ਼ਾ ਇਹ ਜ਼ਰੂਰ ਕਹਿਣਾ ਕਿ ਨਰਿੰਦਰ ਕਾਲਜ 'ਚ ਤੇਰੀ ਡਿਊਟੀ ਲੱਗਦੀ ਹੈ, ਹੋਰ ਕਿਸੇ ਦੀ ਨਹੀਂ। ਮੈਂ ਕਹਿੰਦੀ ਨਹੀਂ ਬੀਜੀ, ਸਾਡੀ ਸਾਰਿਆਂ ਦੀ ਡਿਊਟੀ ਲੱਗਦੀ ਹੈ, ਕਿਉਂਕਿ ਅਸੀਂ ਤਨਦੇਹੀ ਨਾਲ ਕੰਮ ਉਦੋਂ ਹੀ ਆਪਣੀ ਸੰਸਥਾ 'ਚ ਕਰ ਸਕਦੇ ਹਾਂ ਜਦੋਂ ਤੁਹਾਨੂੰ ਘਰੋਂ ਪੂਰੀ ਸ਼ਾਬਾਸ਼ੀ ਹੋਵੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ, ਔਰ ਇਨ ਸਰਵਿਸ ਮੈਂ PhD ਕੀਤੀ। ਔਰ ਬੀਜੀ ਤੇ ਡੈਡੀ ਨੇ ਕਿਹਾ ਕਿ ਮੇਰੇ ਫਾਦਰ ਲੋ ਵੀ ਡਿਪਟੀ ਡਾਇਰੈਕਟਰ ਐਗਜ਼ੀਕਟਿਵ ਰਿਟਾਇਰ ਹੋਏ, ਉਹਨਾਂ ਨੇ ਕਿਹਾ ਤੇਰੇ ਮੈਂ ਹੈਲਪ ਕਰਾਂਗਾ PhD ਵਿੱਚ, ਜਿਵੇਂ ਤੇਰੇ ਹੋ ਸਕੇਗਾ।
ਹਾਲਾਂਕਿ ਮੇਰਾ ਸਬਜੈਕਟ ਤਾਂ ਹਿੰਦੀ ਸੀਗਾ, ਉਹ ਐਗਰੀਕਲਚਰ ਡਿਪਾਰਟਮੈਂਟ ਦੇ ਸੀ, ਲੇਕਿਨ ਉਹਨਾਂ ਦਾ ਇੰਨਾ ਕਹਿਣਾ ਔਰ ਮੇਰੇ ਹਸਬੈਂਡ ਔਰ ਬੱਚਿਆਂ ਦੀ ਕੋਆਪਰੇਸ਼ਨ ਨਾਲ ਮੈਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ। ਲੇਕਿਨ ਮੇਰੀਆਂ ਫਰੈਂਡਸ, ਮੇਰੀਆਂ ਕੋਲੀਗਸ ਕਈ ਇਸ ਤਰੀਕੇ ਦੇ ਸੀ। ਉਹਦੇ ਨਾਲ ਜਸਨੂਰ ਇੱਕ ਹੁੰਦਾ ਕਿ ਜਿੱਥੇ ਤੁਹਾਡਾ ਵਰਕਿੰਗ ਪਲੇਸ ਹੈ ਉੱਥੋਂ ਤੁਹਾਨੂੰ ਕੋਆਪਰੇਸ਼ਨ ਮਿਲੇ। ਸਾਡੇ ਜਿਹੜੇ ਪ੍ਰਿੰਸੀਪਲ ਹੁੰਦੇ ਸੀ ਕਿ ਮੈਡਮ ਹਰਮੀਤ ਅੱਜ ਇਸ ਦੁਨੀਆ 'ਚ ਨਹੀਂ ਹੈ, ਉਹਨਾਂ ਨੇ ਵੀ ਬਹੁਤ ਹੀ ਸੋਹਣਾ ਮਾਹੌਲ ਬਣਾਇਆ ਹੋਇਆ ਸੀ। ਸੋ ਮੈਂ ਇੱਕ ਮਾਂ ਹੋਣ ਦੇ ਨਾਤੇ, ਇੱਕ ਔਰਤ ਹੋਣ ਦੇ ਨਾਤੇ, ਇੱਕ ਵਰਕਿੰਗ ਲੇਡੀ ਰਹਿਣ ਦੇ ਨਾਤੇ ਮੈਂ ਅੱਜ ਦੀਆਂ ਵਰਕਿੰਗ ਲੇਡੀਜ਼ ਜਾਂ ਬੌਸਿਸ ਨੂੰ ਜਾਂ ਪ੍ਰਿੰਸੀਪਲਸ ਨੂੰ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗੀ ਕਿ ਇੱਕ ਦੂਜੇ ਦਾ ਸਾਥ ਦਈਏ ਔਰ ਕੰਫਰਟ ਜ਼ੋਨ ਵਿੱਚ ਪਹੁੰਚਾ ਕੇ ਅਸੀਂ ਉਹਨਾਂ ਤੋਂ 100 ਗੁਣਾ ਜ਼ਿਆਦਾ ਕੰਮ ਲੈ ਸਕਦੇ ਹਾਂ। ਕਿਸੇ ਵੀ ਕਿਸਮ ਦਾ ਤੁਹਾਡਾ ਸਟਾਫ ਹੈ, ਤੁਸੀਂ ਉਹਨਾਂ ਤੋਂ ਕੰਮ ਲੈ ਸਕਦੇ ਹੋ। ਸਫੋਕੇਟ ਨਾ ਕਰੀਏ, ਕਿਉਂਕਿ ਸਫੋਕੇਸ਼ਨ ਨਾਲ ਕਦੀ ਵੀ ਸੋਹਣਾ ਮਾਹੌਲ ਨਹੀਂ ਸਿਰਜਿਆ ਜਾਂਦਾ। ਜੀ, ਤੇ ਇੱਕ ਮਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਦੇ ਨਾਲ ਬੱਚਿਆਂ ਨੂੰ ਪਾਲਣਾ ਪੋਸ਼ਣਾ ਵੀ ਬੜਾ ਜ਼ਰੂਰੀ ਹੁੰਦਾ ਹੈ। ਮੋਰਲ ਵੈਲਿਊਜ਼ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਮਾਂ ਬੱਚਿਆਂ ਨੂੰ ਸਿਖਾਉਂਦੀ, ਕਿਉਂਕਿ ਅਕਸਰ ਅਸੀਂ ਕਹਿੰਦੇ ਕਿ ਬੱਚੇ ਨੇ ਕੁਝ ਨਹੀਂ ਸਿੱਖਿਆ, ਮਾਂ ਨੇ ਨਹੀਂ ਸਿਖਾਇਆ ਹੋਣਾ। ਕੁੜੀ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ, ਮਾਂ ਨੇ ਨਹੀਂ ਸਿਖਾਈ ਹੋਣੀ। ਤੇ ਮਾਂ ਵਰਕਿੰਗ ਵੀ ਹੈ, ਮਾਂ ਬੱਚਿਆਂ ਨੂੰ ਵੀ ਦੇਖ ਰਹੀ ਹੈ, ਦੇਖਭਾਲ ਵੀ ਕਰ ਰਹੀ ਹੈ ਤੇ ਮੋਰਲ ਵੈਲਿਊਜ਼ ਵੀ ਦੇ ਰਹੀ ਹੈ। ਕਿਹੜੀਆਂ ਅਜਿਹੀਆਂ ਮੋਰਲ ਵੈਲਿਊਜ਼ ਤੁਹਾਨੂੰ ਲੱਗਦਾ ਕਿ ਹਰ ਇੱਕ ਕੁੜੀ ਨੂੰ ਆਪਣੇ ਬੱਚਿਆਂ ਨੂੰ ਦੇਣੀਆਂ ਚਾਹੀਦੀਆਂ? ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿ ਸਾਡੇ ਤਾਂ ਇਸ ਕਰਕੇ 3 ਜਨਰੇਸ਼ਨਸ ਹੋਣ ਕਰਕੇ ਉਹਦੀ ਸਾਨੂੰ ਕੋਈ ਤੰਗੀ ਨਹੀਂ ਆਈ। ਲੇਕਿਨ ਇੱਕ ਔਰਤ ਹੋਣ ਦੇ ਨਾਤੇ ਮੈਂ ਲੜਕੀ ਹੈ ਜਾਂ ਲੜਕਾ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿੰਦੀ ਸੀ ਕਿ ਪੇਸ਼ੈਂਸ, ਸਬਰ, ਸੰਤੋਖ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਪੀਸ ਆਫ ਮਾਈਂਡ ਹੈ, ਤੁਸੀਂ ਆਪਸ ਵਿੱਚ ਖੁਸ਼ ਹੋ, ਵਿਆਹੇ ਜਾਂਦੇ ਹੋ, ਇਹ ਸਭ ਤੋਂ ਵੱਡੀ ਚੀਜ਼ ਹੈ। ਜੇ ਅਸੀਂ ਕੁਝ ਖੁਆਇਸ਼ਾਂ ਹੀ ਰੱਖਦੇ ਜਾਵਾਂਗੇ, ਉਹਦੇ ਨਾਲ ਜ਼ਿੰਦਗੀ ਨਹੀਂ ਹੈ। ਸਬਰ ਸੰਤੋਖ ਨਾਲ ਚੱਲੋ, ਵੱਡਿਆਂ ਦੀਆਂ ਗੱਲਾਂ ਨੂੰ ਯਾਦ ਰੱਖੋ। ਉਹ ਗੱਲਾਂ ਹੁਣ ਵੀ ਯਾਦ ਕਰੋਗੇ, ਉਹ ਤਾਂ ਇੱਕ ਤਰੀਕੇ ਨਾਲ ਤੁਹਾਡੇ ਅੰਦਰ ਜਿਵੇਂ ਕਹਿੰਦੇ ਨਾ ਕਿ ਵੀ ਕੋਈ ਥਾਤੀ ਬਣ ਕੇ, ਕੋਈ ਇੱਕ ਐਸੀ ਚੀਜ਼ ਬਣ ਕੇ ਅੰਦਰ ਰਹਿੰਦੀ ਹੈ ਜਿਹਨੂੰ ਅਸੀਂ ਜਦੋਂ ਮਰਜ਼ੀ ਕੱਢ ਲਈਏ। ਸੋ ਇਹ ਜਿਹੜੀਆਂ ਵੈਲਿਊਜ਼ ਹੈ ਔਰਤ ਲਈ, ਉਹ ਇਹੀ ਹੈ ਕਿ ਉਹਨੇ ਘਰ ਬਣਾਉਣਾ ਹੈ। ਉਹ ਘਰ ਵਿੱਚ ਤੁਹਾਨੂੰ ਪਤਾ ਟੋਲਰੈਂਸ ਹੈ, ਪੇਸ਼ੈਂਸ ਹੈ, ਪਿਆਰ ਹੈ, ਰਿਸਪੈਕਟ ਹੈ, ਸੈਕਰੀਫਾਈਸਿਸ ਹੈ, ਇਹਦੀ ਜ਼ਰੂਰਤ ਹੈ। ਇਹਨਾਂ ਨੂੰ ਰੱਖਦੇ ਹੋਇਆਂ ਜ਼ਿੰਦਗੀ ਸੁਖੀ ਹੈ। ਜੀ, ਜਿੱਦਾਂ ਵਿਆਹ ਹੁੰਦਾ ਹੈ ਤਾਂ ਜਦੋਂ ਕੁੜੀ ਦੂਜੇ ਸਹੁਰੇ ਘਰ ਜਾਂਦੀ ਹੈ ਤਾਂ ਉੱਧਰ ਵੀ ਆਪਣੀ ਸੱਸ ਨੂੰ ਆਪਣੀ ਮਾਂ ਦੇ ਰੂਪ 'ਚ ਦੇਖਦੀ ਹੈ, ਪਰ ਕਈ ਵਾਰ ਉਹ ਰਿਲੇਸ਼ਨਸ਼ਿਪ ਹੈ ਉਹ ਇਸਟੈਬਲਿਸ਼ ਨਹੀਂ ਹੋ ਪਾਉਂਦਾ, ਕਿਤੇ ਨਾ ਕਿਤੇ ਗੈਪ ਰਹਿ ਜਾਂਦਾ ਹੈ। ਕਈ ਵਾਰ ਨਹੀਂ ਬਣਦੀ, ਕਈ ਵਾਰ ਬਹੁਤ ਸੋਹਣੇ ਢੰਗ ਨਾਲ ਨਿਭਾਈ ਜਾਂਦੀ ਹੈ। ਜਿਵੇਂ ਤੁਸੀਂ ਆਪਣਾ ਦੱਸ ਰਹੇ ਹੋ ਕਿ ਤੁਹਾਡੀ ਬੀਜੀ ਨਾਲ ਬਹੁਤ ਬਣਦੀ ਸੀ, ਉਹਨਾਂ ਨੇ ਬਹੁਤ ਧਿਆਨ ਦਿੱਤਾ, ਤੁਹਾਡੀ ਬਹੁਤ ਸਹਾਇਤਾ ਕੀਤੀ ਤੇ ਉਹ ਤੁਹਾਡੇ ਸਕਸੈਸ ਦਾ ਵੀ ਇੱਕ ਕਾਰਨ ਬਣਦਾ ਰਿਹਾ ਸਮੇਂ ਦੇ ਨਾਲ। ਤੇ ਜਿਹੜਿਆਂ ਦੇ ਨਾਲ ਨਹੀਂ ਬਣਦੀ, ਤੁਹਾਨੂੰ ਲੱਗਦਾ ਕਿ ਕੁੜੀ ਲਈ ਬਹੁਤ ਵੱਡੀ ਡਿਸਹਾਰਟਨਿੰਗ ਜਾਂ ਡਿਸਅਪਾਇੰਟਮੈਂਟ ਹੋ ਸਕਦੀ ਹੈ ਜਦੋਂ ਸਹੁਰੇ ਘਰ ਜਾਏ ਤੇ ਸੱਸ ਤੋਂ ਮਾਂ ਵਾਲਾ ਪਿਆਰ ਨਾ ਮਿਲੇ? ਹਾਂ, ਇਹ ਜਸਨੂਰ ਇਹਦੇ ਵਿੱਚ 2 ਗੱਲਾਂ ਨੇ। ਮੈਂ ਕਹਿੰਦੀ ਕਿ ਲੜਕੀ ਤੇ ਨਵੇਂ ਘਰ ਜਾ ਰਹੀ ਹੈ, ਉੱਥੇ ਹਰ ਕੋਈ ਆਪਣੇ ਆਪਣੇ ਕਾਰਨਰ ਮੱਲ ਕੇ ਖੜਾ ਹੈ। ਉਹ ਆਪਣੀ ਸਪੇਸ ਨਹੀਂ ਕਿਸੇ ਲਈ ਦੇ ਰਿਹਾ। ਲੇਕਿਨ ਮੈਂ ਇੱਥੋਂ ਲੜਕੀ ਵੀ ਕਰੇ, ਲੇਕਿਨ ਜਿਹੜੇ ਨਵੇਂ ਘਰ 'ਚ ਜਾਂਦੇ ਉੱਥੇ ਹਰ ਜੀ ਨੂੰ ਮੇਰੀ ਰਿਕੁਐਸਟ ਹੈ ਕਿ ਉਹ ਇੱਕ ਦੂਸਰੇ ਨੂੰ ਥੋੜ੍ਹੀ ਸਪੇਸ ਦੇਵੇ। ਮੈਂ ਆਪਣੇ ਪਰਿਵਾਰ ਨੂੰ ਬਣਾਉਣਾ ਹੈ, ਲੜਕੀ ਨੇ ਕੋਸ਼ਿਸ਼ ਕਰਨੀ ਹੈ। ਹਸਬੈਂਡ ਨੇ ਇੱਕ ਬੇਟੇ ਹੋਣ ਦੇ ਨਾਤੇ, ਇੱਕ ਬ੍ਰਦਰ ਹੋਣ ਦੇ ਨਾਤੇ, ਜਾਂ ਜੋ ਵੀ ਹੈ ਪਰਿਵਾਰ 'ਚ ਰਿਸ਼ਤਿਆਂ ਨੂੰ ਉੱਥੇ ਕਾਇਮ ਰੱਖਿਆ ਹੋਇਆ। ਲੇਕਿਨ ਜਿਹੜਾ ਨਵਾਂ, ਮੈਂ ਕਹਿੰਦੀ ਪੁਰਾਣੇ ਜ਼ਮਾਨੇ 'ਚ ਆਪਾਂ ਭਾਂਡੇ ਧੋ ਕੇ ਇੱਕ ਟੋਕਰੇ 'ਚ ਰੱਖਦੇ ਸੀ, ਭਾਂਡਾ ਉੱਪਰ ਰੱਖੀ ਜਾਂਦੇ, ਲੇਕਿਨ ਸਭ ਤੋਂ ਉੱਪਰ ਜਿਹੜਾ ਬਰਤਨ ਪਿਆ ਹੁੰਦਾ ਉਹਨੂੰ ਜਗ੍ਹਾ ਬਣਾਉਂਦੇ ਟਾਈਮ ਲੱਗਦਾ। ਸੋ ਲੜਕੀ ਨੂੰ ਟਾਈਮ ਲੱਗਦਾ, ਲੇਕਿਨ ਬਰਤਨਾਂ ਨੇ ਰਸਤਾ ਦਿੱਤਾ ਤੇ ਉਹ ਨੀਚੇ ਤੱਕ ਜਾਏਗਾ। ਸੋ ਇਸ ਕਰਕੇ ਲੜਕੀ ਵੀ ਕੋਸ਼ਿਸ਼ ਕਰੇ, ਲੇਕਿਨ ਮੇਰੀ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਜਿਸ ਪਰਿਵਾਰ 'ਚੋਂ ਜਾ ਰਹੀ ਹੈ ਕਿ ਉਹ ਵੀ ਉਹਨੂੰ ਸਪੇਸ ਦੇਣ, ਕਿਉਂਕਿ ਉਹਦੇ ਤੋਂ ਵੀ ਉਮੀਦਾਂ ਹੁੰਦੀਆਂ ਤੇ ਬੱਚਾ ਵੀ ਨਵੇਂ ਘਰ ਆਉਂਦਾ, ਉਹ ਨਵੇਂ ਸੁਪਨੇ ਹੁੰਦੇ ਆ, ਉਹਨਾਂ ਨੂੰ ਸਾਕਾਰ ਕਰਨ ਲਈ ਜੀਆਂ ਦਾ ਬਹੁਤ ਵੱਡਾ ਸਹਿਯੋਗ ਹੋ ਸਕਦਾ ਹੈ। ਜੀ, ਮਾਂ-ਬਾਪ ਦਾ ਸਿਰ ਹੱਥ 'ਤੇ ਰਹੇ ਨਾ ਤੇ ਦੁਨੀਆ ਦੀ ਕੋਈ ਵੀ ਮੁਸ਼ਕਿਲ ਆ ਜਾਏ ਉਹ ਮੁਸ਼ਕਿਲ ਲੱਗਦੀ ਨਹੀਂ ਹੈ। ਬਿਲਕੁਲ ਸਲੀਕੇ ਨਾਲ ਜ਼ਿੰਦਗੀ ਨਿਕਲ ਜਾਂਦੀ ਹੈ, ਸੋਹਣੇ ਢੰਗ ਨਾਲ। ਭਾਵੇਂ ਅਸੀਂ ਕਲਪਦੇ ਵੀ ਰਹਿੰਦੇ ਹਾਂ, ਬਟ ਮਾਂ-ਬਾਪ ਨਾਲ ਹੋਣ ਨਾ ਤਾਂ ਕਦੀ ਕਿਸੇ ਚੀਜ਼ ਦਾ ਡਰ ਨਹੀਂ ਮਹਿਸੂਸ ਹੁੰਦਾ। ਜਿਵੇਂ ਆਪਾਂ ਕਹਿੰਦੇ ਹਾਂ ਮਾਵਾਂ ਠੰਡੀਆਂ ਛਾਵਾਂ, ਤੇ ਕਦੀ ਧੁੱਪ ਨਹੀਂ ਲੱਗਣ ਦਿੰਦੀਆਂ। ਤੇ ਜਦੋਂ ਤੁਸੀਂ ਆਪਣੀ ਮਾਂ ਨੂੰ ਖੋਇਆ ਤਾਂ ਉਸ ਵਕਤ ਕੀ ਦਿਲ ਦੇ ਭਾਵ ਸੀ? ਮੈਂ ਤੁਹਾਨੂੰ ਜਸਨੂਰ ਸੱਚੀ ਦੱਸਾਂ, 2003 ਵਿੱਚ 40 ਦਿਨਾਂ ਵਿੱਚ ਮੇਰੇ ਮਾਂ-ਬਾਪ ਗੁਜ਼ਰ ਗਏ। ਫਾਦਰ ਨੂੰ ਹਾਰਟ ਪ੍ਰੋਬਲਮ ਸੀਗੀ, ਲੇਕਿਨ ਮਦਰ ਨੂੰ ਕੋਈ ਪ੍ਰੋਬਲਮ ਨਹੀਂ ਸੀ। ਪੂਰੇ 40 ਦਿਨਾਂ ਬਾਅਦ ਮੇਰੇ ਮਦਰ ਪੂਰੇ ਹੋ ਗਏ। ਲੇਕਿਨ ਮੈਂ ਅੱਜ ਵੀ ਕਹਿੰਦੀ ਹਾਂ, ਜਦੋਂ ਮੇਰੇ ਸੱਸ ਸਾਹਿਬਾ ਨੇ ਇਹ ਗੱਲ ਕਹੀ ਕਿ ਨਰਿੰਦਰ, ਮੈਨੂੰ ਇਹ ਸੀ ਕਿ ਤੂੰ ਕਿਵੇਂ ਆਪਣੇ ਆਪ ਨੂੰ ਸੰਭਾਲੇਂਗੀ, ਮੈਂ ਉਸ ਟਾਈਮ ਬੇਟਾ ਇਹ ਗੱਲ ਕਹੀ ਕਿ ਬੀਜੀ ਤੁਸੀਂ ਠੀਕ ਠਾਕ ਰਹੋ, ਤੁਸੀਂ ਮੇਰੇ ਮਾਪੇ ਹੋ। ਉਹਨਾਂ ਨੇ ਜਿੰਨਾ ਆਪਣਾ ਕਿਰਦਾਰ ਨਿਭਾਉਣਾ ਸੀ, ਸਾਡੇ ਲਈ ਫਰਜ਼ ਕਰਨੇ ਸੀ, ਉਹ ਤਾਂ ਆਪਣਾ ਨਿਭਾ ਗਏ। ਲੇਕਿਨ ਜੇ ਮੈਂ ਉਸੇ ਚੀਜ਼ ਨੂੰ ਹੀ ਰਿਪੀਟ ਕਰੀ ਜਾਵਾਂਗੀ ਤੇ ਮੇਰਾ ਜਿਹੜਾ ਅੱਜ ਹੈ ਉਹ ਵੀ ਖਰਾਬ ਹੋਏਗਾ। ਕੋਈ
ਸੌਖਾ ਨਹੀਂ ਹੈ, ਲੇਕਿਨ ਜੇ ਦਾਤੇ ਦੀ ਉਸ ਰਜ਼ਾ ਨੂੰ ਮੰਨ ਲਿਆ ਜਾਵੇ, ਉਹਨਾਂ ਗੱਲਾਂ ਨੂੰ ਯਾਦ ਕੀਤਾ ਜਾਵੇ ਜਿਹੜੀਆਂ ਗੱਲਾਂ ਉਹਨਾਂ ਨੇ ਸਾਨੂੰ ਸਿਖਾਈਆਂ। ਅੱਜ ਵੀ ਮੈਂ ਕਹਿੰਦੀ ਮੇਰੀ ਮਾਂ ਕਿਤੇ ਨਹੀਂ ਗਈ, ਉਹ ਮੇਰੇ ਅੰਦਰ ਹੈ। ਕਿਉਂਕਿ ਜੋ ਅਸੀਂ ਕਰ ਰਹੇ ਹਾਂ ਉਹ ਮਾਂ ਦਾ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਜੇ ਬੱਚਾ ਚੰਗਾ ਨਹੀਂ ਕਰਦਾ ਕਿਤੇ ਮਾਂ ਨੇ ਕੀ ਸਿਖਾਇਆ। ਸੋ ਜੇ ਮੈਂ ਆਪ ਹੀ ਕਿਤੇ ਆਟਾ ਗੁੰਨਦੀ ਇਹ ਸੋਚਦੀ ਹਾਂ ਕਿ ਇਹਨੂੰ ਆਟਾ, ਮੇਰੀ ਮਾਂ ਕਹਿੰਦੀ ਸੀ ਸੋਹਣੀ ਤਰ੍ਹਾਂ ਲਪੇਟ ਕੇ ਰੱਖੀਦਾ ਹੈ, ਜੇ ਪੇੜਾ ਬਣਾਈਏ ਤਾਂ ਉਹਨੂੰ ਅੱਗੋਂ ਸੋਹਣਾ ਆਟੇ ਨੂੰ ਸੰਭਾਲ ਕੇ ਉਹਨੂੰ ਕਰੀਦਾ ਹੈ। ਉਹ ਕੌਣ ਚੇਤੇ ਕਰ ਰਿਹਾ? ਮੇਰੀ ਮਾਂ ਹੀ ਮੇਰੇ ਅੰਦਰ ਬੋਲਦੀ ਹੈ। ਸੋ ਉਹਨੂੰ ਮਿਸ ਕਰਨ ਦੀ ਲੋੜ ਨਹੀਂ, ਮੈਂ ਕਹਿੰਦੀ ਉਹਨਾਂ ਨੂੰ ਮਹਿਸੂਸ ਕਰੋ। ਜਦੋਂ ਮਹਿਸੂਸ ਕਰਦੇ ਹੋ ਕਿਤੇ ਕੋਈ ਨਹੀਂ ਜਾਂਦਾ, ਉਹ ਤੁਹਾਡੇ ਅੰਦਰ ਹੀ ਰਹਿੰਦਾ। ਇਸ ਕਰਕੇ ਉਹਨਾਂ ਦੀ ਸਿਖਾਈਆਂ ਗੱਲਾਂ ਮੈਂ ਆਪਣੇ ਮਦਰ ਇਨ ਲਾਅ, ਫਾਦਰ ਇਨ ਲਾਅ ਲਈ ਜੋ ਕਰ ਸਕੀ, ਜਾਂ ਜੋ ਮੈਂ, ਕਿਉਂਕਿ ਉਹਨਾਂ ਨੇ ਵੀ ਪਿਆਰ, ਬੇਟਾ ਕੱਲ ਇੱਕ ਪਾਸੇ ਨਹੀਂ ਹੁੰਦਾ, ਉਹਨਾਂ ਨੇ ਬਹੁਤ ਪਿਆਰ ਦਿੱਤਾ। ਇਸ ਕਰਕੇ ਮਾਂ-ਬਾਪ ਦਾ ਜਾਣਾ ਕਿਤੇ ਵੀ ਘਾਟੇ ਪੂਰੇ ਨਹੀਂ ਹੁੰਦੇ, ਲੇਕਿਨ ਜੇ ਅਸੀਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਵਜੋਂ ਕਹੀਏ ਕਿ ਜੋ ਤੁਸੀਂ ਸਿਖਾਇਆ ਅਸੀਂ ਕਰ ਰਹੇ ਹਾਂ। ਅੱਜ ਵੀ ਮੈਨੂੰ ਆਪਣੇ ਅੰਦਰ ਇਹੀ ਲੱਗਦਾ ਹੈ ਕਿ ਮੇਰੀ ਮਾਂ ਹੀ ਬੋਲ ਰਹੀ ਹੈ, ਹਾਲਾਂਕਿ ਉਹ ਇੱਕ ਜਮਾਤ ਵੀ ਨਹੀਂ ਸੀ ਪੜ੍ਹੇ, ਲੇਕਿਨ ਜੇ ਪੰਜਾਬੀ ਮੈਂ ਬਚਪਨ ਸਿੱਖੀ ਹੈ ਤਾਂ ਮੈਂ ਆਪਣੀ ਮਾਂ ਤੋਂ ਸਿੱਖੀ ਸੀ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਬਹੁਤ ਬਹੁਤ ਸ਼ੁਕਰੀਆ ਅੱਜ ਸਾਡੇ ਨਾਲ ਔਨ 에ਅਰ ਤੇ ਲੁਧਿਆਣਾ ਟਾਈਮਸ ਤੇ ਜੁੜਨ ਲਈ। ਥੈਂਕ ਯੂ। ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼, ਮੈਨੂੰ ਥੋੜ੍ਹਾ ਜਿਹਾ ਲਿਖਣ ਦਾ ਸ਼ੌਕ ਹੈ, ਜੇ 2 ਲਾਈਨਾਂ, ਸਿਰਫ 2 ਲਾਈਨਾਂ ਹੈ ਔਰਤ ਲਈ ਮੈਂ ਕਹਾਂਗੀ। मत सोचो मेरे अरमानों का आसमां छोटा है, नज़रिए की परवाह नहीं, अपनी नज़र पे विश्वास है। और दो लाइनें मैं और कहूँगी। दिल में दुआओं का समंदर लिए बैठी हूँ, दिल में दुआओं का समंदर लिए बैठी हूँ, खुदा ना सही माँ हूँ ना मैं, माँ हूँ ना मैं। बहुत बहुत धन्यवाद ਜਸਨੂਰ ਔਰ ਪੂਰੇ ਤੁਹਾਡੇ ਲੁਧਿਆਣਾ ਟਾਈਮਸ ਔਰ ਔਨ 에ਅਰ, ਇਹਨਾਂ ਦੇ ਮੈਂ ਧੰਨਵਾਦ ਕਰਦੀ ਹਾਂ। ਇਹੋ ਜਿਹੇ ਮੌਕੇ ਆਉਂਦੇ ਰਹਿਣ ਔਰ ਇੰਸ਼ਾਅੱਲਾ ਔਰਤਾਂ, ਮਾਵਾਂ, ਧੀਆਂ ਇਸ ਸਮਾਜ ਨੂੰ ਹੋਰ ਵੀ ਖੁਸ਼ਹਾਲ ਬਣਾਉਣ। ਬਹੁਤ ਬਹੁਤ ਮਿਹਰਬਾਨੀ ਜੀ। ਸੋ ਇਹ ਸਾਡੇ ਨਾਲ ਡਾਕਟਰ ਨਰਿੰਦਰ ਕੌਰ ਸੰਧੂ। ਅੱਜ ਮਾਵਾਂ ਦਾ ਦਿਨ ਹੈ ਤੇ ਮਾਵਾਂ ਦੇ ਨਾਲ ਇੱਕ ਮਾਂ ਦੇ ਨਾਲ ਹੀ ਅੱਜ ਅਸੀਂ ਗੱਲ ਕੀਤੀ। ਹੋਰ ਖਬਰਾਂ ਲਈ ਦੇਖਦੇ ਰਹੋ ਔਨ 에ਅਰ। ਕੈਮਰਾਮੈਨ ਹਰਵਿੰਦਰ ਦੇ ਨਾਲ ਜਸਨੂਰ ਤਵਨ, ਔਨ 에ਅਰ ਲੁਧਿਆਣਾ।